महंगाई ਦੇ ਵਿਚਾਲੇ ਕੇਂਦਰ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ। ਪੈਟਰੋਲ 9.5 ਰੁਪਏ ਅਤੇ ਡੀਜ਼ਲ 7 ਰੁਪਏ ਹੋਏ ਸਸਤਾ। ਐਤਵਾਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ। ਰਾਜਾ ਸਾਂਸੀ ਦੇ ਪਿੰਡ ਧਰਮਕੋਟ ਦੇ ਗੁਰੂ ਘਰ ਬੇੜ ਸਾਹਿਬ ਦੇ ਅੰਦਰ ਹੋਈ ਬੇਅਦਬੀ। ਗੁਰੂ ਗ੍ਰੰਥ ਸਾਹਿਬ ਜੀ ਦੇ 40 ਅੰਗ ਪਾੜੇ। ਪੁਲਿਸ ਦੇ ਵੱਲੋਂ ਇੱਕ ਸ਼ਖਸ ਕਾਬੂ। पंजाब सरकार ने हुण तक 2000 एकड़ पंचायती जमीन तो छुड़वाया कब्जा। पंचायत मंत्री कुलदीप सिंह धालीवाल ने किया दावा, कहा लोग खुद छड़ रहे हैं नजायज कब्जे। मूंगी करेगी किसानों को मालोमाल। मान सरकार की चिट्ठी तो बाद MSP ते मूंगी खरीदण दे लई तैयार हुई केंद्र की सरकार। CM ने केंद्र सरकार का किया धन्नवाद। सत श्री अकाल, स्वागत है। गौरव शुक्ला मैं हाँ तुहाडे नाल हाज़र हाँ। फर्क तां पैंदा है लैके फर्क तां पैंदा है दी शुरुआत अज करांगे उस खबर दे नाल कि जदों कोई सुचेत होवे, जागरूक होवे, फिर किवें किसी दी जिंदगी बचाई जा सकती है, किवें फर्क पैंदा है। जी हाँ, शुरुआत पटियाला तो करन जा रहे हैं जिथे रेलवे पुलिस मुलाजम की हुशियारी दे नाल 2 जानां बच गईयां। ट्रेन दे विचों उतरदे समय 2 नौजवान डिगे सी ते पटड़ी तो डिग्गण तो पहलां ही उन्हां नूं पुलिस मुलाजमां ने बचा लिया। CCTV ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ। ਪਟਿਆਲਾ ਸਟੇਸ਼ਨ ਤੇ ਉਤਰਨ ਲੱਗੇ ਇਹ ਪੂਰਾ ਹਾਦਸਾ ਵਾਪਰਿਆ ਹੈ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਾਮ 6:29 ਦੀਆਂ ਤਸਵੀਰਾਂ 20 ਤਰੀਕ ਦੀਆਂ ਤੇ ਇੱਕ ਸ਼ਖਸ ਜੋ ਡਿੱਗ ਗਿਆ। ਇਨਫੈਕਟ 2 ਚੱਲਦੀ ਟ੍ਰੇਨ ਦੇ ਵਿੱਚੋਂ ਡਿੱਗਦੇ ਨੇ 2 ਨੌਜਵਾਨ। ਉਹਨਾਂ ਦੇ ਵਿੱਚੋਂ ਇੱਕ ਤਾਂ ਕਾਫੀ ਅੱਗੇ ਡਿੱਗਿਆ ਸੀ, ਪਰ ਜਿਹੜਾ ਦੂਜਾ ਜਿਸ ਦੇ ਮੋਢੇ ਦੇ ਉੱਤੇ ਇੱਕ ਬੈਗ ਵੀ ਟੰਗਿਆ ਹੋਇਆ ਹੈ ਉਹ ਤਾਂ ਬਿਲਕੁਲ ਇਸ ਤਰੀਕੇ ਨਾਲ ਡਿੱਗਿਆ ਕਿ ਅਗਰ ਇਹ ਰੇਲਵੇ ਪੁਲਿਸ ਦਾ ਮੁਲਾਜ਼ਮ ਉੱਥੇ ਕੁਝ ਸੈਕਿੰਡ ਦੇਰ ਦੇ ਨਾਲ ਪਹੁੰਚਦਾ ਤਾਂ ਇਹ ਸ਼ਖਸ ਟ੍ਰੇਨ ਦੀ ਲਪੇਟ ਦੇ ਵਿੱਚ ਆ ਸਕਦਾ ਸੀ। ਟ੍ਰੇਨ ਤੇ ਜਿਹੜਾ ਪਲੇਟਫਾਰਮ ਆ ਉਸ ਦੇ ਵਿਚਾਲੇ ਫਸ ਸਕਦਾ ਸੀ, ਪਟੜੀ ਦੇ ਉੱਤੇ ਜਾ ਕੇ ਡਿੱਗ ਸਕਦਾ ਸੀ। ਤੇ ਹੁਸ਼ਿਆਰੀ ਦੇ ਨਾਲ ਇਸ ਪੁਲਿਸ ਮੁਲਾਜ਼ਮ ਨੇ ਇਸ ਨੌਜਵਾਨ ਨੂੰ ਦੂਰ ਕਰ ਲਿਆ ਟ੍ਰੇਨ ਤੋਂ ਤੇ ਉਸ ਦੀ ਜਾਨ ਬਚਾ ਲਈ। ਹਾਲਾਂਕਿ ਜਿਹੜਾ ਅੱਗੇ ਵਾਲਾ ਸ਼ਖਸ ਆ ਉਹ ਥੋੜਾ ਜਿਹਾ ਦੂਰ ਜਾ ਕੇ ਡਿੱਗਿਆ ਸੀ, ਇਸ ਕਰਕੇ ਉਹ ਜ਼ਰੂਰ ਟ੍ਰੇਨ ਤੋਂ ਦੂਰ ਜਾ ਕੇ ਡਿੱਗਿਆ। ਪਰ ਜਿਸ ਦੇ ਮੋਢੇ ਦੇ ਉੱਤੇ ਬੈਗ ਟੰਗਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ, ਉਸ ਨੂੰ ਇਸ ਪੁਲਿਸ ਮੁਲਾਜ਼ਮ ਨੇ ਜਿਹੜਾ ਰੇਲਵੇ ਪੁਲਿਸ ਦਾ ਮੁਲਾਜ਼ਮ ਹੈ ਟ੍ਰੇਨ ਤੋਂ ਦੂਰ ਖਿੱਚਿਆ ਤੇ ਉਸ ਤੋਂ ਬਾਅਦ ਉਸ ਦੀ ਜਾਨ ਬਚ ਗਈ। ਤਾਂ ਜਦੋਂ ਇਸ ਤਰੀਕੇ ਦੀ ਹੁਸ਼ਿਆਰੀ ਦਿਖਾਈ ਜਾਂਦੀ ਹੈ ਤਾਂ ਲੋਕਾਂ ਦੀ ਜ਼ਿੰਦਗੀ ਬਚਦੀ। ਇਸ ਤੋਂ ਪਹਿਲਾਂ ਵੀ ਇਸ ਤਰੀਕੇ ਨਾਲ ਕੁਝ ਖਬਰਾਂ ਸਾਹਮਣੇ ਆਈਆਂ ਨੇ, ਪਰ ਰੇਲਵੇ ਦੇ ਵਿੱਚ ਸਫ਼ਰ ਕਰਦੇ ਸਮੇਂ ਕਾਲੀ ਤੇ ਅਣਗਹਿਲੀ ਤੁਹਾਡੀ ਜਾਨ ਦੇ ਉੱਤੇ ਭਾਰੀ ਵੀ ਪੈ ਸਕਦੀ ਹੈ। खैर जदों हुशियारी ते पूरी मुस्तैदी दे नाल अपनी ड्यूटी दी जा रही होवे फिर फर्क तां पैंदा है। हुण अगे वधदे हां, खबर लवांगे फाजिलका तो। फाजिलका दे विच चलदी ट्रेन दे विचों 3 लोकां दे वल्लों इक्को परिवार दे 3 जीआं दे वल्लों छाल मार दित्ती। कौशल्या देवी नाम दी महिला अपने 3 बच्चों सने ट्रेन का सफर कर रही सी। उन्हां दे विचों उन्हां दा वड्डा बेटा ट्रेन तो पैर तिलकण दी वजह नाल हेठां डिग गया, जिस तो बाद मां अते धी ने भी छाल मार दित्ती। ਵੱਡਾ ਲੜਕਾ ਗੁਰਮੇਲ ਸਿੰਘ ਜਦੋਂ ਪੌੜੀਆਂ ਦੇ ਖੜ ਕੇ ਵੇਖਣ ਲੱਗਿਆ ਤੇ ਉਹ ਟ੍ਰੇਨ ਤੋਂ ਉਹਦਾ ਪੈਰ ਚਲ ਗਿਆ, ਥੱਲੇ ਡਿੱਗ ਪਿਆ। ਟ੍ਰੇਨ ਡਿੱਗਣ ਕਰਕੇ ਉਹਦੇ ਚੋਟਾਂ ਲੱਗ ਗਈਆਂ। ਜੋ ਮਗਰੇ ਮਾਂ ਨੇ ਛਾਲ ਮਾਰਤੀ, ਪਿੱਛੇ ਧੀ ਨੇ ਮਾਰਤੀ, ਲੇਕਿਨ ਲੜਕਾ ਟ੍ਰੇਨ ਦੇ ਵਿੱਚ ਹੀ ਹੈਗਾ। दरअसल कौशल्या नूं छोटा बेटा प्लेटफॉर्म ते ही रह जाण दा भुलेखा लग्या सी, जिस तो बाद सारे उस नूं देखण लई ट्रेन दी खिड़की दे उत्ते पहुंच गए। ਉਹਦੇ ਕੌਸ਼ल्या ਦੇ ਵੀ ਆਪਣੇ ਬੱਚਿਆਂ ਦੇ ਨਾਲ 2 ਲੜਕੇ ਤੇ ਇੱਕ ਲੜਕੀ ਦੇ ਨਾਲ ਫੈਲਕਾ ਜਾ ਰਹੀ ਸੀ। ਉਹ ਜਦੋਂ ਟ੍ਰੇਨ ਚੱਲਣ ਲੱਗੀ ਤੇ ਉਹਨਾਂ ਦਾ ਛੋਟਾ ਲੜਕਾ ਕਿਤੇ ਟ੍ਰੇਨ ਦੇ ਵਿੱਚ ਬਾਥਰੂਮ ਚਲਾ ਗਿਆ। ਇਹ ਪਰਿਵਾਰ 'ਚ ਘਬਰਾਹਟ ਹੋ ਗਈ, ਕਿਤੇ ਮੁੰਡਾ ਥੱਲੇ ਸਟੇਸ਼ਨ ਤੇ ਰਹਿ ਗਿਆ। ਇਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ। ਉਧਰ ਧੂਰੀ ਦੇ ਵਿੱਚ ਕਾਰ ਚਾਲਕ ਦੀ ਅਣਗਹਿਲੀ ਦੀ ਵਜ੍ਹਾ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਈਵੇ ਤੇ ਜਾ ਰਹੀ ਕਾਰ ਅਚਾਨਕ ਰੁਕਦੀ ਹੈ ਤੇ ਕਾਰ ਚਾਲਕ ਬਿਨਾਂ ਦੇਖੇ ਹੀ ਟਾਕੀ ਖੋਲ ਦਿੰਦਾ ਹੈ ਤੇ ਜਦੋਂ ਟਾਕੀ ਖੁੱਲਦੀ ਹੈ ਤਾਂ ਮੋਟਰਸਾਈਕਲ ਆ ਕੇ ਦਰਵਾਜ਼ੇ 'ਚ ਵੱਜਦਾ ਹੈ। ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਕੋਲੋਂ ਲੰਘ ਰਹੇ ਟਰੱਕ ਦੇ ਹੇਠਾਂ ਮੋਟਰਸਾਈਕਲ ਸਵਾਰ ਆ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਪਛਾਣ ਸੁਦਾਮ ਹੁਸੈਨ ਵਜੋਂ ਹੋਈ ਹੈ। ਮੌਕੇ ਤੇ ਪੁਲਿਸ ਪਹੁੰਚੀ ਤੇ ਕਾਰ ਚਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਕਾਰਨ ਇਹ ਮੋਟਰਸਾਈਕਲ ਟੱਚ ਹੋਣ ਨਾਲ ਅਨਕੰਟਰੋਲ ਹੋ ਕੇ ਇਹ ਸੜਕ ਤੇ ਡਿੱਗ ਪਿਆ ਤੇ ਇਹਦੇ ਉੱਪਰ ਦੀ ਇੱਕ ਤੇਜ਼ ਟਰਾਲਾ ਲੰਘ ਗਿਆ, ਜਿਸ ਕਾਰਨ ਇਹਦੀ ਮੌਤ ਹੋ ਗਈ। ਤੇ ਜਿਸ ਤੇ ਅਸੀਂ ਹੁਣ ਇਹਦੇ ਮ੍ਰਿਤਕ ਦੇ ਬਿਆਨਾਂ ਤੇ ਅਸੀਂ ਬਿਆਨ ਕਲਮਬੰਦ ਕਰਕੇ ਇਹਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਡਰਾਈਵਿੰਗ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ, ਕਿਉਂਕਿ ਤੁਹਾਡੀ ਅਣਗਹਿਲੀ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ।
ਜਿਹਾ ਕਿਹਾ ਜਾਂਦਾ ਹੈ ਕਿ ਨਜ਼ਰ ਹਟੀ ਦੁਰਘਟਨਾ ਘਟੀ। ਇਹ ਕਾਰ ਖੜਾਉਣ ਤੋਂ ਬਾਅਦ ਵੀ ਸੋਚਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਕਾਰ ਦਾ ਦਰਵਾਜ਼ਾ ਖੋਲ੍ਹਦੇ ਹਾਂ ਤੇ ਪਿੱਛੋਂ ਕੋਈ ਆ ਕੇ ਟਕਰਾਉਂਦਾ ਤਾਂ ਉਸ ਦੀ ਜਾਨ ਤੇ ਬਣਦੀ ਹੈ ਤੇ ਛੋਟੀ ਜਿਹੀ ਅਣਗਹਿਲੀ ਨਾਲ ਫਰਕ ਤਾਂ ਪੈਂਦਾ ਹੈ। ਉਧਰ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਸਾਧੂਆਂ ਦੇ ਭੇਸ ਦੇ ਵਿੱਚ 4 ਨਾਬਾਲਗਾਂ ਦੀ ਕੁੱਟਮਾਰ ਕੀਤੀ। ਲੋਕਾਂ ਦੀ ਭੀੜ ਤੇ ਇਸ ਭੀੜ ਦੇ ਵਿੱਚ ਖੜੇ ਸਾਧੂਆਂ ਦੇ ਭੇਸ ਦੇ ਵਿੱਚ 4 ਨਾਬਾਲਗ ਜਿਨ੍ਹਾਂ ਦੀ ਕੁੱਟਮਾਰ ਹੋ ਰਹੀ ਹੈ ਤੇ ਇਸ ਕੁੱਟਮਾਰ ਦੀ ਵਜ੍ਹਾ ਗੁੰਮਰਾਹ ਕਰਕੇ 3000 ਰੁਪਏ ਖੋਣ ਦੇ ਇਲਜ਼ਾਮ ਨੇ। ਭੀੜ ਨੇ ਇਹਨਾਂ ਨੂੰ ਫੜ ਲਿਆ। ਇਹਨਾਂ ਦੇ ਸਾਦਾ ਰੰਗੇ ਚੋਲੇ ਉਤਾਰ ਕੇ ਕੁੱਟਮਾਰ ਹੋਈ। ਇਹਨਾਂ ਦੀ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਇਹ ਉੱਥੋਂ ਭੱਜ ਗਏ। ਅਜਿਹੇ ਲੁਟੇਰਿਆਂ ਨੂੰ ਕਾਬੂ ਕਰਨਾ ਤਾਂ ਠੀਕ, ਪਰ ਇਸ ਤਰ੍ਹਾਂ ਕਾਨੂੰਨ ਹੱਥ ਦੇ ਵਿੱਚ ਲੈ ਕੇ ਕੁੱਟਮਾਰ ਕਰਕੇ ਉਹਨਾਂ ਨੂੰ ਛੱਡ ਦੇਣਾ ਕਿੰਨਾ ਕੁ ਜਾਇਜ਼ ਹੈ। ਉੱਥੇ ਖੜੇ ਲੋਕ ਵੀ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਗੱਲ ਕਹਿ ਰਹੇ ਸਨ। ਤੇ ਜਦੋਂ ਕਾਨੂੰਨ ਹੱਥ ਦੇ ਵਿੱਚ ਲਿਆ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਤਰਨਤਾਰਨ ਦੇ ਪਿੰਡ ਉਸਮਾ ਦੇ ਵਿੱਚ ਟੋਲ ਪਲਾਜ਼ਾ ਮੁੜ ਤੋਂ ਖਬਰਾਂ ਦੇ ਵਿੱਚ ਇੱਥੇ ਇੱਕ ਵਾਰ ਮੁੜ ਗੁੰਡਾਗਰਦੀ ਵੇਖਣ ਨੂੰ ਮਿਲੀ। ਜਿੱਥੇ ਇਨੋਵਾ ਕਾਰ ਸਵਾਰ 4 ਜਣਿਆਂ ਨੇ ਟੋਲ ਪਲਾਜ਼ਾ ਦੇ ਕਰਮੀ ਦੇ ਨਾਲ ਕੁੱਟਮਾਰ ਕੀਤੀ, ਉਹ ਵੀ 150 ਰੁਪਏ ਨੂੰ ਲੈ ਕੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 4 ਜਣੇ ਭੱਜੇ ਆਉਂਦੇ ਨੇ ਤੇ ਇੱਕ ਨੌਜਵਾਨ ਦੀ ਡੰਡਿਆਂ ਨਾਲ ਕੁੱਟਮਾਰ ਕਰ ਦਿੰਦੇ ਨੇ। ਟੋਲ ਮੁਲਾਜ਼ਮ ਨੂੰ ਘੜੀਸ ਕੇ ਦੂਰ ਤੱਕ ਲੈ ਕੇ ਜਾਂਦੇ ਨੇ ਤੇ ਵਾਰੋ-ਵਾਰੀ ਕੁੱਟਮਾਰ ਕਰਦੇ ਨੇ। मैं ऊपर बैठा सीगा, एक गड्डी आई नोवा कार जो कि ਉਹਦਾ ਫਾਸਟੈਗ ਹੋ ਗਿਆ तो ਲੋਕਲ ਦੀ ਸੀਗੀ। ਉਹ ਆਂਦੇ ਕਿ ਸਾਡੇ ਫਾਸਟੈਗ ਕਿਉਂ ਹੋ ਗਿਆ। ਮੈਂ ਜਦੋਂ ਹੀ ਬਿਲਡਿੰਗ 'ਚੋਂ ਥੱਲੇ ਆਇਆ ਉਹਨਾਂ ਮੈਨੂੰ ਪੁੱਛਿਆ ਨਹੀਂ ਬਸ ਕੁੱਟਮਾਰ ਸ਼ੁਰੂ ਕਰਤੀ। 100-150 ਦੇ ਪਿੱਛੇ ਇਹਨਾਂ ਦਾ ਨਾ ਝਗੜਾ ਹੋ ਗਿਆ। ਇਹਦੇ ਲਾਗੇ ਇਹਨਾਂ ਦਾ ਕੋਈ ਟੂਰ ਪਲਾਜ਼ੇ ਦੇ ਲਾਗੇ ਮੱਖਣ ਸਿੰਘ ਆ, ਉਹਦੇ ਨਾਲ ਇਹਨਾਂ ਨੇ ਧੱਕਾ ਮੁੱਕੀ ਕੀਤੀ ਮੁੰਡੇ ਦੇ ਨਾਲ। ਤੇ ਉਹਦੀ ਜਿਹੜੀ ਮੇਰੇ ਗੱਲ ਸਾਹਮਣੇ ਆਈ ਹੈ, ਸਵੇਰੇ ਉਹਦੇ ਅੰਦਰ ਰੇਡ ਕੀਤਾ ਸੀ, ਉਹ ਘਰ ਨਹੀਂ ਮਿਲਿਆ। ਉਹ ਮੁਤਬਰ ਬੰਦਿਆਂ ਨੇ ਟਾਈਮ ਲਿਆ ਵਾ ਤੇ ਇਹਨਾਂ ਦੇ ਜੋ ਬਣਦੀ ਕਾਰਵਾਈਆਂ ਮਿਲ ਜਾਂਦੀ। ਮਾਮਲਾ ਫਾਸਟੈਗ ਤੋਂ 150 ਰੁਪਏ ਕੱਟੇ ਜਾਣਦਾ ਸੀ, ਜਿਸ ਨੂੰ ਲੈ ਕੇ ਇਨੋਵਾ ਚਾਲਕ ਭੜਕ ਉੱਠੇ ਤੇ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਕਰਨ ਵਾਲੇ ਮੁਲਜ਼ਮ ਮੌਕੇ ਤੋਂ ਫਿਰ ਫਰਾਰ ਹੋ ਗਏ। ਉਧਰ ਪਟਿਆਲਾ ਤੋਂ ਵੀ ਕੁੱਟਮਾਰ ਦਾ ਇੱਕ ਵੀਡੀਓ ਸਾਹਮਣੇ ਆਇਆ, ਜਿਸ ਦੇ ਵਿੱਚ ਕੁਝ ਲੋਕ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਵੀਡੀਓ ਪਟਿਆਲਾ ਦੀ ਸਮਾਣਾ ਚੁੰਗੀ ਦੀ ਹੈ, ਜਿੱਥੇ ਕੁਝ ਲੋਕਾਂ ਨੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਡੰਡੇ ਮੁੱਕੇ ਥੱਪੜਾਂ ਨਾਲ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਤੇ ਇੱਕ ਮਹਿਲਾ ਨਾਲ ਛੇੜਛਾੜ ਦੇ ਇਲਜ਼ਾਮ ਲੱਗੇ ਨੇ, ਜਿਸ ਤੋਂ ਭੜਕੀ ਭੀੜ ਨੇ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈ ਲਿਆ। ਮੇਰੀ ਗੱਲ ਸੁਣ, ਪੁਲਿਸ ਕਰੂਗੀ ਕੰਮ। ਉਧਰ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੰਨਦੇ ਨਹੀਂ। ਰਜਿੰਦਰਾ ਹਸਪੀਟਲ ਤੋਂ ਇੱਕ ਮੈਸੇਜ ਮਿਲਿਆ ਸੀ ਕਿ ਕੇਂਦਰਪੀਰ ਸਨ ਆਫ ਦਾਸ ਕੁਮਾਰ ਵਾਸੀ ਦਾਦਰੀਆ ਚੌਂਕ ਪਟਿਆਲਾ ਕਿ ਕੁੱਟਮਾਰ ਹੋਣ ਕਰਕੇ ਦਾਖਲ 6 ਬੰਦਿਆਂ ਦੇ ਅਨਨੋਨ ਦੇ ਖਿਲਾਫ FIR। ਉਧਰ ਮੁਕਤਸਰ ਸਾਹਿਬ ਦੇ ਵਿੱਚ ਇੱਕ ਘਰ ਦੇ ਵਿੱਚ ਵੜ ਕੇ ਕਰੀਬ 20 ਲੋਕਾਂ ਨੇ ਹਮਲਾ ਕਰ ਦਿੱਤਾ। ਮੁਹੱਲਾ ਨਾਮਦੇਵ ਗਲੀ ਨੰਬਰ 3 ਤੇ ਇੱਥੇ ਘਰ ਦੇ ਵਿੱਚ ਵੜ ਕੇ ਕਰੀਬ 20 ਲੋਕਾਂ ਨੇ ਕਰ ਦਿੱਤਾ ਹਮਲਾ ਤੇ ਸਾਰੀ ਘਟਨਾ ਕੈਦ ਹੋ ਗਈ CCTV ਦੇ ਵਿੱਚ। CCTV ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਥਿਆਰਬੰਦ ਬਦਮਾਸ਼ਾਂ ਨੇ ਪਹਿਲਾਂ ਗੇਟ ਭੰਨਿਆ ਤੇ ਫਿਰ ਅੰਦਰ ਵੜ ਕੇ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ। ਇਹ ਹਮਲਾ ਇੱਕ ਵਾਰ ਨਹੀਂ ਸਗੋਂ 2 ਵਾਰ ਹੋਇਆ। ਉਧਰ ਪੁਲਿਸ ਕਰੀਬ 3.5 ਘੰਟੇ ਬਾਅਦ ਵਾਰਦਾਤ ਵਾਲੀ ਥਾਂ ਦੇ ਉੱਤੇ ਪਹੁੰਚੀ ਤੇ ਘਰ ਵਾਲਿਆਂ ਨੇ ਪੁਲਿਸ ਤੋਂ ਲੇਟ ਆਉਣ ਦੀ ਵਜ੍ਹਾ ਪੁੱਛੀ ਤਾਂ ਪੁਲਿਸ ਟਾਲ ਮਟੋਲ ਕਰਦੀ ਨਜ਼ਰ ਆਈ। ਕੀ ਗੱਲ ਪੌਣੇ 3 ਘੰਟੇ ਬੀਤੇ ਆ, ਪੌਣੇ 3 ਘੰਟਿਆਂ ਬਾਅਦ ਤੁਸੀਂ ਪਹੁੰਚੇ। ਗੱਲ ਦੱਸੋ ਕਿੱਥੇ ਗਏ ਹੋਏ ਸੀ? ਏਦੂ ਵੱਡੀ ਵਾਰਦਾਤ ਸ਼ਹਿਰ 'ਚ ਹੋ ਗਈ। ਜੇ ਕੋਈ ਦੂਜੀ ਵਾਰੀ ਆ ਕੇ ਬੰਦੇ ਕਰ ਜਾਣ ਵਾਰਦਾਤ, ਕੌਣ ਜ਼ਿੰਮੇਵਾਰੀ ਕਿਹਦੀ ਹੈ ਯਾਰ? ਪੌਣੇ 3 ਘੰਟੇ ਹੋ ਗਏ ਸਾਨੂੰ ਮੈਸੇਜ ਲਾਏ ਨੂੰ, ਹਜੇ ਤੱਕ ਤੁਸੀਂ ਪੁੱਛ ਰਹੇ ਹੋ। ਦੱਸ ਯਾਰ, ਕਮਾਲ ਦੀ ਗੱਲ ਹੈ। ਖੈਰ ਇੱਕ ਵੱਡੀ ਵਾਰਦਾਤ ਨੂੰ ਬਦਮਾਸ਼ਾਂ ਨੇ ਅੰਜਾਮ ਦਿੱਤਾ, ਪਰ ਜਦੋਂ ਪੁਲਿਸ ਮੌਕੇ ਦੇ ਉੱਤੇ ਲੇਟ ਪਹੁੰਚੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਫਤਿਆਬਾਦ ਦੇ ਰਤੀਆ ਦੇ ਵਿੱਚ ਇੱਕ ਨੌਜਵਾਨ ਨੂੰ ਇੱਕ ਲੜਕੀ ਪਿੱਛੇ ਗੇੜੇ ਮਾਰਨੇ ਮਹਿੰਗੇ ਪਏ ਤੇ ਇਸ ਨਾਬਾਲਗ ਨੂੰ ਫੜ ਲਿਆ ਗਿਆ ਕੁੜੀ ਦੇ ਪਰਿਵਾਰ ਵਾਲਿਆਂ ਵੱਲੋਂ। ਨਾਲੇ ਤਾਂ ਉਸ ਦੀ ਕੁੱਟਮਾਰ ਕੀਤੀ ਗਈ ਤੇ ਵੀਡੀਓ ਵੀ ਬਣਾਈ ਗਈ। ਵੀਡੀਓ 'ਚ ਇਹ ਨੌਜਵਾਨ ਮੰਨ ਵੀ ਰਿਹਾ ਕਿ ਮੈਂ ਇੱਕ ਦਿਨ ਕੁੜੀ ਦੇ ਪਿੱਛੇ ਆਇਆ ਸੀ। ਨਹੀਂ ਕਰਦਾ ਜੀ। ਕੁੜੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੁੜੀ ਨੂੰ ਕਾਫੀ ਟਾਈਮ ਤੋਂ ਇਹ ਤੰਗ ਪਰੇਸ਼ਾਨ ਕਰ ਰਿਹਾ ਸੀ।
ਮਾਮਲਾ ਇਹ ਹੈ ਜੀ, ਇਹ ਗੁੜੀਆ ਦੇ ਮਗਰ ਆਉਂਦਾ ਜੀ। ਅੱਜ 3-4 ਦਿਨ ਹੋ ਗਏ, ਗੁੜੀਆ ਰੋਜ਼ ਘਰੇ ਕੰਪਲੇਂਟ ਕਰਦੀ ਹੈ। ਅੱਜ ਅਸੀਂ ਮੌਕੇ ਤੇ ਫੜਿਆ ਇਹ। ਹਰਕਤਾਂ ਛੇੜਦਾ ਯਾਰ, ਰੋਜ਼ ਤੇ ਕੁਛ ਬੋਲਦਾ। ਹਾਂ, ਰੋਜ਼ ਦਾ ਕੰਮ ਹੈ। ਪਰੇਸ਼ਾਨ ਕਰਦਾ ਗੁੜੀਆ ਨੂੰ, ਰੋਜ਼ ਮਗਰ ਜਾਂਦਾ ਉਹਨਾਂ ਦੇ। ਖੈਰ, ਕੁੜੀ ਦੇ ਪਿੱਛੇ ਆਉਣ ਦੀ ਵਜ੍ਹਾ ਦੇ ਨਾਲ ਜਿੱਥੇ ਕੁੜੀ ਵੀ ਪਰੇਸ਼ਾਨ ਹੋਈ, ਉੱਥੇ ਉਸਦੇ ਪਰਿਵਾਰ ਵਾਲੇ ਵੀ ਪਰੇਸ਼ਾਨ ਹੁੰਦੇ ਨਜ਼ਰ ਆਏ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੱਲ ਸਿਆਸਤ ਦੀ ਹੋਏਗੀ। ਰਾਜੀਵ ਗਾਂਧੀ ਦੀ ਬਰਸੀ ਮੌਕੇ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਲੀਡਰ ਅਧੀਰ ਰੰਜਨ ਚੌਧਰੀ ਨੇ ਇੱਕ ਟਵੀਟ ਕੀਤਾ ਤੇ ਇਸ ਟਵੀਟ ਨੇ ਬਵਾਲ ਖੜਾ ਕਰ ਦਿੱਤਾ। ਤੇ ਇਸ ਟਵੀਟ ਦੇ ਵਿੱਚ 38 ਸਾਲ ਪਹਿਲਾਂ ਦੇ ਜ਼ਖਮਾਂ ਨੂੰ ਤਾਜ਼ਾ ਕਰ ਦਿੱਤਾ ਗਿਆ। ਅਧੀਰ ਰੰਜਨ ਚੌਧਰੀ ਦੇ ਟਵਿੱਟਰ ਹੈਂਡਲ ਤੋਂ ਟਵੀਟ ਦੇ ਵਿੱਚ ਇੱਕ ਲਾਈਨ ਲਿਖੀ, ਜਿਸ ਦੇ ਵਿੱਚ ਲਿਖਿਆ ਗਿਆ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ, ਤੇ ਵਿਵਾਦ ਹੋ ਗਿਆ। ਇਹ ਉਹ ਲਾਈਨਾਂ ਸਨ ਜਿਸ ਨੂੰ ਰਾਜੀਵ ਗਾਂਧੀ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਹੀਆਂ ਸੀ, ਤੇ ਉਹਨਾਂ ਦੇ ਇਸ ਬਿਆਨ ਨੂੰ ਦਿੱਲੀ ਦੇ ਵਿੱਚ ਹੋਏ ਸਿੱਖ ਕਤਲੇਆਮ ਦੇ ਨਾਲ ਜੋੜਿਆ ਗਿਆ ਸੀ। ਤੇ ਇਸ ਟਵੀਟ ਦੇ ਆਧਾਰ ਤੇ ਮਨਜਿੰਦਰ ਸਿਰਸਾ ਨੇ 2 ਥਾਣਿਆਂ 'ਚ ਅਧੀਰ ਰੰਜਨ ਚੌਧਰੀ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ। ਅਧੀਰ ਰੰਜਨ ਚੌਧਰੀ ਨੇ ਅੱਜ ਰਾਜੀਵ ਗਾਂਧੀ ਦੇ ਪੁੰਨਿਆ ਤਿਥੀ ਤੇ ਇਹ ਕਹਿ ਕੇ ਉਹਨੂੰ ਸ਼ਰਧਾਂਜਲੀ ਦਿੱਤੀ, ਜਦੋਂ ਵੱਡਾ ਪੇੜ ਗਿਰਤਾ ਹੈ, जब बड़ा पेड़ गिरता है तो धरती हिलती है। फिर कांग्रेस ने एक वारी जो 1984 वाले सिखा ਦੇ ਜ਼ਖਮ ਜਿਹੜੇ ਆ ਉਹਨਾਂ ਨੂੰ ਫਿਰ ਹਰਾ ਕੀਤਾ। ਅਧੀਰ ਰੰਜਨ ਚੌਧਰੀ ਨੇ ਅੱਜ ਟਵੀਟ ਕਰਕੇ ਕਿਹਾ ਹੈ ਕਿ जब बड़ा पेड़ गिरता है तो धरती हिलती है। ਵਿਵਾਦ ਹੋਇਆ ਤਾਂ ਅਧੀਰ ਰੰਜਨ ਚੌਧਰੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਹਟਾ ਵੀ ਦਿੱਤਾ। ਸਫਾਈ ਦਿੱਤੀ ਕਿ ਉਹਨਾਂ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ। ਚੌਧਰੀ ਨੇ ਬਕਾਇਦਾ ਇਸ ਦੇ ਲਈ ਦਿੱਲੀ ਦੇ ਸਾਊਥ ਐਵੇਨਿਊ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਉਧਰ ਹਰਿਆਣਾ ਦੇ ਸਾਬਕਾ ਸੀਐਮ ਓਪੀ ਚੌਟਾਲਾ ਨੂੰ ਇੱਕ ਹੋਰ ਝਟਕਾ ਲੱਗਿਆ। ਇੱਕ ਹੋਰ ਮਾਮਲੇ 'ਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਤੇ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਓਪੀ ਚੌਟਾਲਾ ਨੂੰ ਦੋਸ਼ੀ ਕਰਾਰ ਦਿੱਤਾ ਤੇ ਇਸ ਤੇ 26 ਮਈ ਨੂੰ ਹੁਣ ਸਜ਼ਾ ਨੂੰ ਲੈ ਕੇ ਬਹਿਸ ਹੋਵੇਗੀ। सजा अभी नहीं सुनाई है, अदालत ने दोषी करार दिया गया है। सजा के ऊपर जो सुनवाई है वो 26 तारीख को होगी। कोर्ट उनसे सहमत नहीं हो पाया, इसीलिए अदालत ने दोषी करार दिया है। ਓਪੀ ਚੌਟਾਲਾ ਦੇ ਵਕੀਲ ਦਾ ਕਹਿਣਾ ਹੈ ਕਿ ਇਸ ਕੇਸ ਦੇ ਵਿੱਚ ਘੱਟ ਤੋਂ ਘੱਟ 1 ਸਾਲ ਤੇ ਵੱਧ ਤੋਂ ਵੱਧ 5 ਸਾਲ ਸਜ਼ਾ ਹੋ ਸਕਦੀ ਹੈ। मिनिमम 1 साल मैक्सिमम 5 साल की सजा उनको हो सकती है। हमने ग्राउंड जो रखना है कम से कम सजा हो, वो एक उनकी एज, 90% डिसेबिलिटी, ट्रायल स्ट्रेच ओवर मोर देन 10 ईयर्स। ਦਰਅਸਲ 6 ਕਰੋੜ ਤੋਂ ਵੱਧ ਜਾਇਦਾਦ ਦੇ ਨਾਲ ਜੁੜਿਆ ਇਹ ਪੂਰਾ ਮਾਮਲਾ ਹੈ। 2006 ਦੇ ਵਿੱਚ ਮਨੀ ਲਾਂਡਰਿੰਗ ਕੇਸ ਦੇ ਵਿੱਚ ਓਪੀ ਚੌਟਾਲਾ ਦੇ ਖਿਲਾਫ FIR ਹੋਈ ਸੀ। CBI ਨੇ 2010 ਦੇ ਵਿੱਚ ਚਾਰਜਸ਼ੀਟ ਦਾਖਲ ਕੀਤੀ। ਪੂਰਾ ਮਾਮਲਾ 1993 ਤੋਂ 2006 ਦੇ ਸਮੇਂ ਦੌਰਾਨ ਨਜਾਇਜ਼ ਜਾਇਦਾਦ ਦੇ ਨਾਲ ਜੁੜਿਆ ਹੋਇਆ ਹੈ। ਮਾਮਲਾ ਆਮਦਨ ਤੋਂ ਵੱਧ 6 ਕਰੋੜ 9 ਲੱਖ ਦੀ ਸੰਪत्ति ਦਾ ਹੈ। ਸੰਪत्ति 'ਚ ਫਲੈਟ, ਪਲਾਟ ਤੇ ਜ਼ਮੀਨ ਵੀ ਸ਼ਾਮਲ ਨੇ। ਦਿੱਲੀ, ਪੰਚਕੂਲਾ ਤੇ ਸਿਰਸਾ 'ਚ ਜਾਇਦਾਦ ਬਣਾਈ ਗਈ ਹੈ। ਖੈਰ, ਜਦੋਂ ਆਮਦਨ ਤੋਂ ਵੱਧ ਜਾਇਦਾਦ ਹੋ ਜਾਵੇ, ਯਾਨੀ ਕਮਾਈ ਤੋਂ ਜ਼ਿਆਦਾ ਸੰਸਾਧਨ ਸਾਡੇ ਕੋਲ ਨਜ਼ਰ ਆਉਣ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਗੱਲ ਕਬਜ਼ਾ ਛੱਡੋ ਜਾਂ ਛੁਡਾਓ ਮੁਹਿੰਮ ਦਾ। ਪੰਜਾਬ ਸਰਕਾਰ ਨੇ ਕਬਜ਼ਾ ਛੁਡਾਓ ਮੁਹਿੰਮ ਚਲਾਈ ਹੈ, ਜਿਸ ਦੇ ਤਹਿਤ ਅਮਲੋਹ ਦੇ ਪਿੰਡ ਸਲਾਣਾ ਦੇ ਵਿੱਚ ਪੰਚਾਇਤੀ ਜ਼ਮੀਨ ਤੇ ਕਬਜ਼ਾ ਛੁਡਵਾਇਆ ਤੇ ਪੀਲਾ ਪੰਜਾ ਅਤੇ ਵੱਡੀ ਗਿਣਤੀ 'ਚ ਦਲ-ਬਲ ਲੈ ਕੇ ਵਿਧਾਇਕ ਸਾਹਿਬ ਪਹੁੰਚ ਗਏ ਪਿੰਡ ਸਲਾਣਾ 'ਚ ਤੇ ਇੱਥੋਂ ਦੀ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਹਟਾਇਆ ਗਿਆ। ਪਰ ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਨੇ ਧੱਕੇ ਨਾਲ ਹਸਤਾਖਰ ਕਰਵਾ ਕੇ ਕਬਜ਼ਾ ਹਟਾਇਆ ਹੈ। ਜਿਹੜੀ ਜ਼ਮੀਨ ਸਾਨੂੰ 40-45 ਸਾਲ ਤੋਂ ਪੰਚਾਇਤ ਨੇ ਕੰਮ ਕਰਨ ਵਾਸਤੇ, ਕਮਰਸ਼ੀਅਲ ਯੂਜ਼ ਵਾਸਤੇ ਦਿੱਤੀ ਹੋਈ ਸੀ ਤੇ ਰੋਜੀ ਰੋਟੀ ਚੱਲ ਰਹੀ ਹੈ। 40-45 ਸਾਲ ਤੋਂ ਇੱਥੇ ਕੰਮ ਕਰ ਰਹੇ ਹਾਂ ਤੇ ਸਾਨੂੰ ਪਤਾ ਨਹੀਂ ਕੀ ਗੱਲ ਹੈ, ਸਾਨੂੰ ਉਜਾੜਨ ਵਾਲਾ ਕੰਮ ਹੋ ਰਿਹਾ ਅੱਜ। ਉਧਰ BDPO ਦਾ ਕਹਿਣਾ ਹੈ ਕਿ ਪੰਚਾਇਤੀ ਜ਼ਮੀਨ ਤੇ ਕਬਜ਼ਾ ਸੀ, ਉਸ ਨੂੰ ਕਾਨੂੰਨ ਦੇ ਤਹਿਤ ਹੀ ਛੁਡਵਾਇਆ ਗਿਆ ਹੈ। ਅੱਜ ਸਾਡੇ ਕੋਲ ਐਕਚੁਅਲੀ 2 ਕਬਜ਼ਾ ਵਾਰੰਟ ਨੇ ਤੇ ਇੱਕ ਤਾਂ ਇੱਥੇ ਦਾ ਹੈਗਾ, ਸਲਾਣੀ ਪਿੰਡ ਦਾ ਹੈਗਾ ਜੀ, ਤੇ ਇੱਕ ਹੈਗਾ ਪੱਦਲਸੂਏ ਦਾ, ਤੇ ਇੱਕ ਤੀਸਰਾ ਅਸੀਂ ਖਨਿਆਣ ਜਾਣਾ। ਉੱਥੇ ਐਮੀਕੇਬਲੀ ਹੀ ਜਿਹੜੇ ਕਾਬਜ਼ ਨੇ ਉਹ ਆਪ ਹੀ ਛੱਡ ਰਹੇ ਨੇ। ਪ੍ਰਸ਼ਾਸਨ ਤੇ ਜ਼ਬਰਦਸਤੀ ਦੇ ਇਲਜ਼ਾਮ ਲੱਗੇ ਤਾਂ ਵਿਧਾਇਕ ਗੈਰੀ ਵੜਿੰਗ ਨੇ ਵੀ ਕਿਹਾ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਹੋਇਆ। ਨਹੀਂ, ਉਹਨਾਂ ਦੇ ਕਬਜ਼ਾ ਵਾਰੰਟ ਨਿਕਲੇ ਹੋਏ ਨੇ ਜੀ। ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਅਪੀਲ ਕੀਤੀ ਹੋਈ ਹੈ। ਕੋਰਟ ਦੇ ਵਿੱਚੋਂ ਕੇਸ ਹਾਰੇ ਹੋਏ ਨੇ, ਕਈ ਜਗ੍ਹਾ ਤੇ ਹਾਰ ਚੁੱਕੇ ਨੇ ਤੇ ਉਹ ਤਾਂ ਹੁਣ ਉਹਨਾਂ ਨੂੰ ਸਾਈਨ ਕਰਨੇ ਪੈਣੇ ਸੀ। ਉਹ 'ਚ
ਜਿਸ 'ਚ ਵੱਡੀ ਗਿਣਤੀ 'ਚ ਕਿਸਾਨ ਪਹੁੰਚੇ ਤੇ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਈ ਲੋਕਾਂ ਦੇ ਕੋਲ ਅੰਗਰੇਜ਼ਾਂ ਤੋਂ ਪਹਿਲਾਂ ਦੀ ਜ਼ਮੀਨਾਂ ਉਹ ਕਾਸ਼ਤ ਕਰ ਰਹੇ ਨੇ ਤੇ ਹੁਣ ਸਰਕਾਰ ਕਿਸਾਨਾਂ ਤੋਂ ਮਾਲਕਾਨਾ ਹੱਕ ਖੋਹ ਰਹੀ ਹੈ। ਕਿਸਾਨਾਂ ਦੀਆਂ ਜ਼ਮੀਨਾਂ ਨੂੰ ਮਤਲਬ ਉਹਨਾਂ ਤੋਂ ਖੋਹ ਰਹੀ ਹੈ। ਉਹਦੇ ਸਬੰਧ ਸਾਡੀ ਮੀਟਿੰਗ ਹੋਈ ਆ। ਉਸ ਮੀਟਿੰਗ ਦੇ ਵਿੱਚ ਅਸੀਂ ਅੱਜ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਸਾਰੀਆਂ ਜ਼ਮੀਨਾਂ ਨੂੰ ਵੱਖ-ਵੱਖ ਮਤਲਬ ਕੈਟੇਗਰੀਆਂ ਦੇ ਵਿੱਚ ਸ਼ਾਮਲ ਕਰ ਲੈਣੇ। ਉਧਰ ਸੰਯੁਕਤ ਕਿਸਾਨ ਮੋਰਚੇ ਦੀਆਂ 23 ਜਥੇਬੰਦੀਆਂ ਦਾ ਕਹਿਣਾ ਕਿ ਸੀਐਮ ਦੇ ਨਾਲ ਮੀਟਿੰਗ ਦੇ ਵਿੱਚ ਇਹ ਗੱਲ ਰੱਖੀ ਗਈ ਸੀ ਤੇ ਹੁਣ 23 ਤਰੀਕ ਨੂੰ ਪੰਚਾਇਤੀ ਮੰਤਰੀ ਨਾਲ ਹੋਣ ਵਾਲੀ ਮੀਟਿੰਗ 'ਚ ਵੀ ਮੁੱਦਾ ਚੁੱਕਿਆ ਜਾਏਗਾ। ਸਾਰੀਆਂ ਕਿਸਾਨ ਜਥੇਬੰਦੀਆਂ ਨੂੰ 23 ਦੀਆਂ 23 ਜਥੇਬੰਦੀਆਂ ਜਿੰਨੀਆਂ ਵੀ ਮਰਜ਼ੀ ਕੁਰਬਾਨੀਆਂ ਕਰਨੀਆਂ ਪੈਣ, ਬਿਲਕੁਲ ਵੀ ਅਸੀਂ ਕਿਸੇ ਕਿਸਾਨ ਨੂੰ ਬੇਦਖਲ ਨਹੀਂ ਹੋਣ ਦੇਵਾਂਗੇ। ਉਧਰ ਇਸ ਵਿਚਾਲੇ ਪੰਚਾਇਤ ਮੰਤਰੀ ਨੇ ਦਾਅਵਾ ਕੀਤਾ ਕਿ महज 2 ਮਹੀਨੇ ਅੰਦਰ ਸਰਕਾਰ ਨੇ 2000 ਏਕੜ ਪੰਚਾਇਤੀ ਜ਼ਮੀਨ ਦਾ ਨਜਾਇਜ਼ ਕਬਜ਼ਾ ਛੁਡਵਾਇਆ ਹੈ। ਉਹਨਾਂ ਦੇ ਕੋਲ ਬੜੀਆਂ, ਕਿਸੇ ਕੋਲ 1 ਕਿੱਲਾ, ਕਿਸੇ ਕੋਲ 2 ਏਕੜ, ਕਿਸੇ ਦੇ ਵਿੱਚ ਘਰ ਪਾਏ ਹੋਏ ਨੇ। ਅਸੀਂ ਇਹੀ ਬੇਨਤੀ ਕੀਤੀ ਸੀ ਸਰਕਾਰ ਨੂੰ ਕਿ ਉਹਨਾਂ ਦੇ ਨਾਂ ਤੇ ਕੀਤੀਆਂ ਜਾਣ। ਤਾਂ ਪੰਚਾਇਤੀ ਜ਼ਮੀਨ ਨੂੰ ਲੈ ਕੇ ਜਥੇਬੰਦੀਆਂ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਜਿਹੜੇ ਲੋਕ ਪਹਿਲਾਂ ਤੋਂ ਕਾਸ਼ਤ ਕਰ ਰਹੇ ਨੇ ਉਹਨਾਂ ਦਾ ਮਾਲਕਾਨਾ ਹੱਕ ਨਾ ਖੋਇਆ ਜਾਵੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਲੋਕਾਂ ਨੂੰ ਮਿਲੀ ਰਾਹਤ ਦੀ। ਵੱਡੀ ਰਾਹਤ ਲੋਕਾਂ ਨੂੰ ਮਿਲੀ ਹੈ, ਜੋ ਰਾਹਤ ਮਿਲੀ ਹੈ ਪੈਟਰੋਲ ਡੀਜ਼ਲ ਦੇ ਰੇਟਾਂ ਦੇ ਵਿੱਚ ਕਟੌਤੀ ਤੋਂ ਬਾਅਦ। ਤੇ ਹੁਣ ਪੈਟਰੋਲ ਮਿਲੇਗਾ ਕਰੀਬ 9.5 ਰੁਪਏ ਸਸਤਾ ਤੇ ਡੀਜ਼ਲ 7 ਰੁਪਏ ਸਸਤਾ, ਕਿਉਂਕਿ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਪੈਟਰੋਲ ਤੇ 8 ਰੁਪਏ ਤੇ ਡੀਜ਼ਲ ਤੇ 6 ਰੁਪਏ ਐਕਸਾਈਜ਼ ਡਿਊਟੀ ਘਟਾਈ ਗਈ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ। ਉਧਰ ਗੈਸ ਸਿਲੰਡਰ ਤੇ ਵੀ 200 ਰੁਪਏ ਦੀ ਹੋਰ ਸਬਸਿਡੀ ਮਿਲੇਗੀ। ਇਸ ਸਬਸਿਡੀ ਦਾ ਫਾਇਦਾ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਮਿਲੇਗਾ। ਕੇਂਦਰ ਨੇ ਰਾਹਤ ਦਿੱਤੀ ਤਾਂ ਲੋਕਾਂ ਦੀ ਜੇਬ ਦੇ ਉੱਤੇ ਥੋੜਾ ਬੋਝ ਵੀ ਘਟਿਆ ਹੈ। ਲੋਕ ਸਰਕਾਰ ਦੇ ਫੈਸਲੇ ਨੂੰ ਹੁਣ ਸਹੀ ਦੱਸ ਰਹੇ ਨੇ। बहुत अच्छी, बहुत स्वागतयोग कदम नहीं है सरकार की। ऐसे जनता को कुछ न कुछ राहत पहुंचेगा। अगर सही माने में इतना कम हुआ होगा तो बहुत अच्छी बात है, बहुत खुशी की बात है। देखो जनता को सब राहत हो जाएगी, महंगाई से कुछ कम हो जाएगी। अच्छा हुआ सर, कम हुआ तो बहुत अच्छा हुआ। कुछ और कम हो तब हम लोग के लिए सही रहे ना। महंगाई तो चरम सीमा पे है। बहुत अच्छा किया, गरीब आदमियों को बड़ी बढ़िया। गाड़ी चलाने वाला तो बहुत हालत खराब किया हुआ था। ਵੱਧਦੀ ਮਹਿੰਗਾਈ ਦੇ ਵਿਚਾਲੇ ਜਦੋਂ ਪਤਾ ਲੱਗੀ ਕਿ ਪੈਟਰੋਲ ਕਰੀਬ 10 ਰੁਪਏ ਸਸਤਾ ਹੋ ਗਿਆ, ਡੀਜ਼ਲ ਕਰੀਬ 7 ਰੁਪਏ ਸਸਤਾ ਹੋ ਗਿਆ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਖਬਰ ਰਾਜਾ ਸਾਂਸੀ ਤੋਂ। ਰਾਜਾ ਸਾਂਸੀ ਦੇ ਪਿੰਡ ਧਰਮਕੋਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ। ਗੁਰਦੁਆਰਾ ਬੇੜ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕਰ ਦਿੱਤੀ ਗਈ। ਪਾਵਨ ਸਰੂਪ ਦੇ ਕਰੀਬ 40 ਅੰਗਾਂ ਦੀ ਬੇਅਦਬੀ ਕੀਤੀ ਗਈ ਹੈ ਤੇ ਜਿਸ ਸ਼ਖਸ ਨੇ ਬੇਅਦਬੀ ਕੀਤੀ ਉਹ ਇਸੇ ਗੁਰੂ ਘਰ ਦੇ ਵਿੱਚ ਪਿਛਲੇ 15-20 ਸਾਲ ਤੋਂ ਬਤੌਰ ਸੇਵਾਦਾਰ ਰਹਿ ਰਿਹਾ ਸੀ ਤੇ ਬੇਅਦਬੀ ਕਰਨ ਦੀ ਸੀਸੀਟੀਵੀ ਵੀ ਸਾਹਮਣੇ ਆਈ। ਮੌਕੇ ਤੇ ਪੁਲਿਸ ਪਹੁੰਚੀ ਤੇ ਸੰਗਤ ਦੇ ਸਹਿਯੋਗ ਨਾਲ ਉਸ ਸ਼ਖਸ ਦੇ ਅਤੇ ਉਸ ਦੇ 2 ਬੇਟਿਆਂ ਨੂੰ ਕਾਬੂ ਕਰ ਲਿਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਕਿਸੇ ਨੇ ਬੇਅਦਬੀ ਕਰ ਦਿੱਤੀ, ਅੰਗ ਜਿਹੜੇ ਆ ਉਹਨਾਂ ਨੂੰ ਨੁਕਸਾਨ ਪਹੁੰਚਾਇਆ। ਜੋ ਕਾਨੂੰਨੀ ਧਾਰਾਵਾਂ ਦੇ ਹੇਠ ਵੱਧ ਤੋਂ ਵੱਧ ਅਸੀਂ ਉਸ ਬੰਦੇ ਨੂੰ ਇਹਨਾਂ ਦੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੀ ਸਜ਼ਾ ਦਿਵਾਵਾਂਗੇ। ਬੇਅਦਬੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 2015 ਦੇ ਵਿੱਚ ਹੋਈ ਬਰਗਾੜੀ ਬੇਅਦਬੀ ਦਾ ਇਨਸਾਫ ਵੀ ਅਜੇ ਤੱਕ ਨਹੀਂ ਹੋਇਆ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਦੇ ਅੰਗ ਪਾੜਨ ਦਾ ਉਹਨੇ ਬਹੁਤ ਵੱਡਾ ਅਪਰਾਧ ਕੀਤਾ। ਇਹ ਬੇਅਦਬੀਆਂ ਰੋਕਣ ਦਾ ਨਾਂ ਨਹੀਂ ਲੈਂਦੀਆਂ। ਮੈਂ ਸਮਝਦਾ ਕਿ ਸਾਡੀ ਸਿੱਖਾਂ ਦੀ ਅਣਗਹਿਲੀ ਆ। ਇੱਥੇ ਪਿੰਡ ਦਾ ਹੀ ਦੋਖੀ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਕਰਦ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਜਿਸ ਤਰੀਕੇ ਨਾਲ ਲਗਾਤਾਰ ਸਾਹਮਣੇ ਆ ਰਹੀਆਂ ਨੇ ਉਹ ਚਿੰਤਾ ਦੇ ਵਿੱਚ ਜ਼ਰੂਰ ਪਾਉਂਦੀਆਂ ਨੇ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਚੁਣੌਤੀ ਵੀ ਹੈ ਕਿ ਇਹ ਘਟਨਾਵਾਂ ਨੂੰ ਰੋਕਿਆ ਕਿਵੇਂ ਜਾਵੇ। ਅੱਗੇ ਵਧਦੇ ਹਾਂ ਖਬਰ ਫਿਰੋਜ਼ਪੁਰ ਤੋਂ। ਫਿਰੋਜ਼ਪੁਰ ਦੀ ਬਸਤੀ ਸ਼ੇਖਾਂਵਾਲੀ ਦੇ ਵਿੱਚ ਚਿੱਟੇ ਦਾ ਕਹਿਰ ਵੇਖਣ ਨੂੰ ਮਿਲਿਆ ਤੇ ਬੀਤੇ ਕੁਝ ਦਿਨਾਂ ਦੇ ਵਿੱਚ ਇਸ ਬਸਤੀ ਚਿੱਟੇ ਦੀ ਵਜ੍ਹਾ ਨਾਲ 5ਵੀਂ ਮੌਤ ਹੋਈ ਹੈ ਤੇ ਮਰਨ ਵਾਲੇ ਸਾਰੇ ਹੀ ਨੌਜਵਾਨ ਦੱਸੇ ਜਾ ਰਹੇ ਨੇ ਤੇ ਇਸੇ ਹੀ ਚਿੱਟੇ ਨੇ ਸੂਰਜ ਦੀ ਵੀ ਜਾਨ ਲੈ ਲਈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਬਾਰੇ ਕੁਝ ਕਰ ਕੇ ਖਾਂਦਾ ਪੀਂਦਾ ਰਿਹਾ ਏ ਤੇ ਉਹ ਦਿਨ ਆਇਆ ਘਰੇ, ਬਸ ਜਿਸ ਦਿਨ ਮੌਤ ਹੋ ਜਾਣੀ ਸੀ 2 ਦਿਨ 3 ਦਿਨ ਸੇਵਾ ਕੀਤੀ, ਚੌਥੇ ਦਿਨ ਖਤਮ ਹੋ ਗਿਆ। ਰਿਸ਼ਤੇਦਾਰਾਂ ਦਾ ਕਹਿਣਾ ਕਿ ਇਸ ਨੂੰ 2 ਵਾਰ ਸੈਂਟਰ ਵੀ ਭੇਜਿਆ ਗਿਆ ਸੀ ਪਰ ਇਹ ਨਸ਼ੇ ਦੀ ਦਲਦਲ ਦੇ ਵਿੱਚ ਇਸ ਤਰ੍ਹਾਂ ਫਸਿਆ ਕਿ ਉੱਥੋਂ ਬਾਹਰ ਨਹੀਂ ਨਿਕਲ ਸਕਿਆ। ਇਹ ਜਿੱਦਣ ਬਾਹਰ ਰਹਿੰਦਾ ਸੀਗਾ ਨਸ਼ਾ ਪੱਤਾ ਕਰਦਾ ਸੀਗਾ, ਜਿੱਦਣ ਅਸਲੋਂ ਦੀ ਬੱਸ ਹੋ ਗਈ ਹੈ ਬਾਹਰੋਂ ਆਇਆ ਤੇ ਇਹਦੀ ਮੁਕਤੀ ਹੋ ਗਈ ਹੈ ਜੀ। ਗੱਲ ਜੇ ਬੱਚਾ ਨਸ਼ਾ ਕਰਦਾ, ਇਹ 2 ਵਾਰ ਸੈਂਟਰ 'ਚ ਚੁਕਾਇਆ ਗਿਆ ਨੂੰ, ਸੈਂਟਰ ਵਾਲਿਆਂ ਵੀ ਇਹਨੂੰ ਛੱਡਤਾ, ਫਿਰ ਇਹਨੇ ਆਣ ਕੇ ਫਿਰ ਨਸ਼ਾ ਨਹੀਂ ਛੱਡਿਆ।
ਨਸ਼ਾ ਕਰਕੇ ਬਾਹਰ ਹੀ ਤੁਰਿਆ ਫਿਰਦਾ ਰਹਿੰਦਾ ਹੈ। ਜਦੋਂ ਹੁਣ ਜ਼ਿਆਦਾ ਢਿੱਲਾ ਹੋ ਗਿਆ 5-7 ਦਿਨ ਦੇ ਵਿੱਚ ਮੌਤ ਹੋ ਗਈ ਇਹਦੀ। ਤਾਂ ਸੂਬੇ ਦੇ ਵਿੱਚ ਨਸ਼ੇ ਦੀ ਵਜ੍ਹਾ ਨਾਲ, ਨਸ਼ੇ ਦੀ ਓਵਰਡੋਜ਼ ਦੀ ਵਜ੍ਹਾ ਦੇ ਨਾਲ ਲਗਾਤਾਰ ਮੌਤਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਜਦੋਂ ਪੁਲਿਸ ਜਾਂ ਪ੍ਰਸ਼ਾਸਨ ਨਸ਼ੇ ਦੇ ਉੱਤੇ ਨਕੇਲ ਨਾ ਲਗਾ ਪਾਏ ਫਿਰ ਫਰਕ ਤਾਂ ਪੈਂਦਾ ਹੈ। ਉਧਰ ਜਲਾਲਾਬਾਦ ਦੇ ਵਿੱਚ ਇੱਕੋ ਪਰਿਵਾਰ ਦੇ 3 ਜੀਆਂ ਦੀ ਕੁਝ ਹੀ ਦਿਨਾਂ ਦੇ ਵਿੱਚ ਮੌਤ ਹੋ ਗਈ। ਪਿੰਡ ਤਾਰੇਵਾਲਾ ਦੇ ਰਹਿਣ ਵਾਲੇ ਮੰਗਲ ਸਿੰਘ ਦੀ ਟੁੱਲੂ ਪੰਪ ਚਲਾਉਣ ਵੇਲੇ ਕਰੰਟ ਲੱਗਣ ਦੀ ਵਜ੍ਹਾ ਨਾਲ ਮੌਤ ਹੋ ਗਈ। ਪਰ ਇਹ ਮੌਤ 2 ਹੋਰ ਮੌਤਾਂ ਨੂੰ ਨਾਲ ਲੈ ਕੇ ਆਈ। ਬੇਟੇ ਦੀ ਲਾਸ਼ ਦੇਖਦਿਆਂ ਹੀ ਮੰਗਲ ਸਿੰਘ ਦੀ ਮਾਂ ਨੂੰ ਅਜਿਹਾ ਸਦਮਾ ਲੱਗਿਆ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਅਜੇ ਪਿਓ ਮੰਗਲ ਸਿੰਘ ਤੇ ਦਾਦੀ ਦੀ ਚਿਤਾ ਠੰਡੀ ਵੀ ਨਹੀਂ ਹੋਈ ਸੀ ਕਿ ਮੰਗਲ ਸਿੰਘ ਦੀ ਧੀ ਲਖਵਿੰਦਰ ਕੌਰ ਵੀ ਦੁਨੀਆ ਤੋਂ ਚਲੀ ਗਈ। ਮੰਗਤ ਨੂੰ ਬਸ ਮਾੜੀ ਜਿਹੀ ਛਾਟ ਲੱਗੀ ਨਾਲ ਤੇ ਬਸ ਡਿੱਗਿਆ ਤੇ ਉਹਦੀ ਤੋਂ ਬਾਅਦ ਬਸ ਖਤਮ ਨਹੀਂ ਹੋਇਆ। ਮੰਗਲ ਸਿੰਘ ਦੀ ਮੌਤ ਨੇ ਪੂਰੇ ਪਰਿਵਾਰ ਨੂੰ ਖੇਰੂ ਕਰ ਦਿੱਤਾ ਹੈ। ਘਰ 'ਚ ਇੱਕ ਬੇਟਾ ਬਚਿਆ ਹੈ ਜਿਸ ਲਈ ਪਿੰਡ ਵਾਸੀ ਸਰਕਾਰੀ ਮਦਦ ਮੰਗ ਰਹੇ ਨੇ। ਤੇ ਇੱਕ ਪੁੱਤਰ, ਇੱਕ ਮਾਤਾ, ਇੱਕ ਲੜਕੀ, ਉਸ ਤੋਂ ਬਾਅਦ ਇੱਕ ਲੜਕਾ ਰਹਿ ਗਿਆ। ਸਰਕਾਰ ਵੱਲੋਂ ਇਹਨਾਂ ਨੂੰ ਕੋਈ ਨਾ ਕੋਈ ਸਹਾਇਤਾ ਦਿੱਤੀ ਜਾਵੇ ਜਾਂ ਮੁੰਡੇ ਨੂੰ ਨੌਕਰੀ ਦਿੱਤੀ ਜਾਵੇ। ਪਰਿਵਾਰ ਉਜੜ ਗਿਆ। ਪਿੰਡ ਦੇ ਵਿੱਚ ਮਾਹੌਲ ਗਮਗੀਨ ਹੈ। ਉਧਰ ਆਪ ਵਿਧਾਇਕ ਗੋਲਡੀ ਕੰਬੋਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ, ਜਿਨ੍ਹਾਂ ਪਰਿਵਾਰ ਦੀ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਉਧਰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਮਾਂ ਨੇ ਆਪਣੀ ਨਵਜੰਮੀ ਬੱਚੀ ਨੂੰ ਲਵਾਰਿਸ ਛੱਡ ਦਿੱਤਾ। ਤੇ ਪੰਗੂੜੀ ਦੇ ਵਿੱਚ ਪਈ ਇਹ ਬੱਚੀ ਮਹਿਜ਼ 5 ਕੁ ਦਿਨ ਦੀ ਹੈ, ਜਿਸ ਦੀ ਮਾਂ ਉਸ ਨੂੰ ਜੰਮਦਿਆਂ ਹੀ ਹਸਪਤਾਲ ਦੇ ਵਿੱਚ ਲਵਾਰਿਸ ਛੱਡ ਕੇ ਚਲੀ ਗਈ ਤੇ ਬੱਚੀ ਦੀ ਹਾਲਤ ਵਿਗੜ ਗਈ। ਹਸਪੀਟਲ 'ਚ ਐਡਮਿਟ ਹੋਈ ਔਰ ਡਿਲੀਵਰੀ ਤੋਂ ਬਾਅਦ ਬੱਚੇ ਨੂੰ ਐਸਐਨਸੀ ਸ਼ਿਫਟ ਕੀਤਾ। ਉਹ ਲੇਡੀ ਛੱਡ ਕੇ ਚਲੀ ਗਈ ਬੱਚੇ ਨੂੰ। ਸੋ ਪੇਸ਼ੈਂਟ ਦੀ ਥੋੜੀ ਕੰਡੀਸ਼ਨ ਖਰਾਬ ਸੀ ਪਰ ਹੁਣ ਸਟੇਬਲ ਸੀ ਔਰ ਉਹਨੂੰ ਸੀਐਮਸੀ ਰੈਫਰ ਕੀਤਾ ਹੈ। ਬੱਚੀ ਦੀ ਹਾਲਤ ਨੂੰ ਦੇਖਦੇ ਹੋਏ ਸੀਐਮਸੀ ਹਸਪਤਾਲ ਉਸ ਨੂੰ ਰੈਫਰ ਕਰਨਾ ਪਿਆ। 15 ਤਰੀਕ ਨੂੰ ਆਪਣੀ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਇੱਥੇ 15 ਤਰੀਕ ਨੂੰ ਉਹ ਬੱਚੀ ਛੱਡ ਕੇ ਚਲੀ ਗਈ ਤੇ ਅਸੀਂ ਸਿਵਲ ਹਸਪੀਟਲ ਲੁਧਿਆਣਾ ਦੇ ਜਿਹੜੇ ਸਟਾਫ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਇਹਨੂੰ ਸੀਐਮਸੀ ਰੈਫਰ ਕਰ ਦਿਓ, ਅਸੀਂ ਇਹਦਾ ਟ੍ਰੀਟਮੈਂਟ ਕਰਵਾ ਦਾਂਗੇ। ਅੱਗੇ ਵਧਦੇ ਹਾਂ, ਖਬਰ ਜਲੰਧਰ ਤੋਂ ਹੈ ਜਿੱਥੇ ਪੰਜਾਬ ਰੋਡਵੇਜ਼ ਦੀਆਂ ਕਰੋੜਾਂ ਰੁਪਏ ਦੀਆਂ ਵੋਲਵੋ ਬੱਸਾਂ ਕਬਾੜ ਬਣ ਰਹੀਆਂ। ਹਾਲਾਤ ਇਹ ਬਣ ਗਏ ਨੇ ਕਿ ਕਰੀਬ 1.25 ਕਰੋੜ ਦੀ ਬੱਸ 6 ਮਹੀਨੇ ਤੋਂ ਜੈਕ ਸਹਾਰੇ ਖੜੀ ਹੈ। ਜਲੰਧਰ ਡਿਪੂ ਦੇ ਕੋਲ 9 ਵੋਲਵੋ ਬੱਸਾਂ ਨੇ, ਜਿਨ੍ਹਾਂ ਦੇ ਵਿੱਚ ਸਿਰਫ 4 ਹੀ ਸੜਕਾਂ ਤੇ ਦੌੜ ਰਹੀਆਂ ਨੇ। ਬਾਦਲ ਸਰਕਾਰ ਵੇਲੇ ਸਾਡੇ ਡਿਪੂ ਦੀਆਂ ਗੱਡੀਆਂ 에ਅਰਪੋਰਟ ਜਾਂਦੀਆਂ ਸੀ। 에ਅਰਪੋਰਟ ਦਾ ਇੱਕ ਗੱਡੀ ਲਗਭਗ 80 ਤੋਂ 90 ਹਜ਼ਾਰ ਰੁਪਈਆ ਵੱਟ ਕੇ ਲਿਆਉਂਦੀ ਸੀ। ਪਨਬਸ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੁਤਾਬਕ ਦਿੱਲੀ ਤੱਕ ਜਾਣ ਵਾਲੀ ਇੱਕ ਵੋਲਵੋ ਰੋਜ਼ਾਨਾ ਸਰਕਾਰ ਨੂੰ 1 ਲੱਖ ਰੁਪਏ ਕਮਾ ਕੇ ਦੇ ਸਕਦੀ ਹੈ। ਉਹਨਾਂ ਸਰਕਾਰ ਤੇ ਬੱਸਾਂ ਨੂੰ ਜਾਣਬੁੱਝ ਕੇ ਬੰਦ ਕਰਨ ਦੇ ਇਲਜ਼ਾਮ ਵੀ ਲਗਾਏ। ਜੇ ਹੁਣ ਦੇ ਕਿਰਾਏ ਦੇ ਹਿਸਾਬ ਨਾਲ 에ਅਰਪੋਰਟ ਜਾਣ ਤਾਂ ਇੱਕ ਗੱਡੀ 1 ਲੱਖ ਰੁਪਈਆ ਵੱਟ ਕੇ ਲਿਆਵੇ ਤੇ ਸਾਡੇ ਡਿਪੂ ਦੀਆਂ 9 ਗੱਡੀਆਂ 9 ਲੱਖ ਰੁਪਈਆ ਡੇਲੀ ਸਰਕਾਰ ਦੇ ਖਜ਼ਾਨੇ 'ਚ ਆਵੇ। ਸਰਕਾਰੀ ਵੋਲਵੋ ਦਾ ਕਿਰਾਇਆ ਵੀ ਨਿੱਜੀ ਵੋਲਵੋ ਤੋਂ ਜ਼ਿਆਦਾ ਹੈ, ਕਰੀਬ 400 ਰੁਪਏ ਹੁੰਦਾ ਹੈ, ਜਿਸ ਕਾਰਨ ਲੋਕ ਨਿੱਜੀ ਬੱਸਾਂ ਨੂੰ ਜ਼ਿਆਦਾ ਤਵੱਜੋ ਦੇ ਰਹੇ ਨੇ ਅਤੇ ਇਹ ਚਿੱਟੀਆਂ ਵੋਲਵੋ ਬੱਸਾਂ ਚਿੱਟਾ ਹਾਥੀ ਬਣ ਗਈਆਂ ਨੇ। ਤੇ ਜਦੋਂ ਸਰਕਾਰੀ ਪੈਸੇ ਦੀ ਦੁਰਵਰਤੋਂ ਹੋਵੇ ਜਾਂ ਫਿਰ ਦੁਰਵਰਤੋਂ ਦੀ ਜਗ੍ਹਾ ਪੈਸੇ ਖਰਚ ਕਰਨ ਤੋਂ ਬਾਅਦ ਉਸ ਦੇ ਉੱਤੇ ਧਿਆਨ ਨਾ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਫਰਕ ਤਾਂ ਪੈਂਦਾ ਦੇ ਵਿੱਚ ਵੇਲਾ ਹੋ ਚਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ।